ਸੜਕ ਪਾਰ ਕਰਦਾ ਬੁਢੇਪਾ ਨਿਬੰਧ ਦਾ ਵਿਸ਼ਾ ਵਸਤੂ ਕੀ ਹੈ? ਵਿਚਾਰ ਕਰੋ। ਜਾਂ ਸੜਕ ਪਾਰ ਕਰਦਾ ਬੁਢੇਪਾ ਵਿੱਚ ਕੀ ਦੱਸਿਆ ਗਿਆ ਹੈ? ਸੜਕ ਪਾਰ ਕਰਦਾ ਬੁਢੇਪਾ ਨਿਬੰਧ ਪ੍ਰੋਫੈਸਰ ਕੁਲਵੀਰ ਸਿੰਘ ਕਾਂਗ ਦੀ ਰਚਨਾ ਹੈ। ਇਸ ਦਾ ਵਿਸ਼ਾ ਬੁਢਾਪਾ ਹੈ, ਜਿਸ ਬਾਰੇ ਲੇਖਕ ਕਹਿਣਾ ਚਾਹੁੰਦਾ ਹੈ ਕਿ ਮਨੁੱਖ ਨੂੰ ਆਪਣਾ ਬੁਢੇਪਾ ਜ਼ਿੰਦਾ ਦਿਲੀ ਨਾਲ ਗੁਜ਼ਾਰਨਾ ਚਾਹੀਦਾ ਹੈ ਅਤੇ ਇਸ ਨੂੰ ਜ਼ਿੰਦਗੀ ਦੀ ਇੱਕ ਵਿਕਰਾਲ ਅਵਸਥਾ ਨਹੀਂ ਸਮਝਣਾ ਚਾਹੀਦਾ। ਲੇਖਕ ਚਾਹੁੰਦਾ ਹੈ ਕਿ ਉਹ ਆਪਣੇ ਬੁਢਾਪੇ ਵਿੱਚ ਤੁਰਦਾ ਫਿਰਦਾ ਹੀ ਇਸ ਦੁਨੀਆ ਤੋਂ ਜਾਵੇ। ਉਹ ਆਪਣੇ ਪਿਤਾ ਜੀ ਦੀ ਮਿਸਾਲ ਦੇ ਕੇ ਦੱਸਦਾ ਹੈ ਕਿ ਕੰਮ ਮਨੁੱਖ ਦੀ ਜ਼ਿੰਦਗੀ ਹੈ ਅਤੇ ਬੁਢਾਪੇ ਵਿੱਚ ਵੀ ਕੰਮ ਦਾ ਤਿਆਗ ਨਹੀਂ ਕਰਨਾ ਚਾਹੀਦਾ। ਉਹ ਦੱਸਦਾ ਹੈ ਕਿ ਉਹ ਆਪਣੇ ਪਿਤਾ ਜੀ ਨੂੰ ਕਈ ਵਾਰ ਕਹਿੰਦਾ ਹੈ ਕਿ ਉਹ ਸੇਵਾ ਮੁਕਤ ਹੋ ਜਾਣ, ਉਹ ਉਹਨਾਂ ਦੀ ਸੇਵਾ ਕਰਨਗੇ, ਪਰ ਉਹ ਮੁਸਕਰਾ ਕੇ ਕਹਿੰਦੇ ਹਨ ਕਿ ਜਦੋਂ ਉਹ ਕੰਮ ਛੱਡ ਦੇਣਗੇ ਉਦੋਂ ਉਹਨਾਂ ਦੀ ਮੌਤ ਬੂਹੇ ਉੱਤੇ ਆ ਖੜ੍ਹੀ ਹੋਵੇਗੀ। ਉਹਨਾਂ ਦੇ ਪਰਮ ਮਿੱਤਰ ਪ੍ਰੀਤਮ ਸਿੰਘ ਵੀ ਲੇਖਕ ਨੂੰ ਇਹੋ ਸਲਾਹ ਦਿੰਦੇ ਹਨ ਕਿ ਕੰਮ ਉਹਨਾਂ ਦੇ ਪਿਤਾ ਜੀ ਦੀ ਜ਼ਿੰਦਗੀ ਹੈ ਅਤੇ ਉਹਨਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ। ਲੇਖਕ ਚਾਹੁੰਦਾ ਹੈ ਕਿ ਉਸ ਦੇ ਦੇਸ਼ ਵਿੱਚ ਵੀ ਬਜ਼ੁਰਗਾਂ ਦੀ ਸੰਭਾਲ ਲਈ ਸਮਾਜਵਾਦੀ ਦੇਸ਼ਾਂ ਵਰਗੇ ਬਿਰਧ ਘਰ ਹੋਣ। ਉਹ ਜਾਣਦਾ ਹੈ ਕਿ ਕਿਸ ਤਰ੍ਹਾਂ ਸਮਾਜਵਾਦੀ ਦੇਸ਼ ਵਿੱਚ ਬਜ਼ੁਰਗ ਬਿਰਧ ਘਰਾਂ ਵਿੱਚ ਹੱਸਦੇ ਮੁਸਕਰਾਉਂਦੇ, ਲਤੀਫੇ ਸੁਣਾਉਂਦੇ ਅਤੇ ਸਿਆਲ ਵਿੱਚ ਧੁੱਪ ਇਸ਼ਨਾਨ ਕਰਕੇ ਆਪਣੇ ਅਤੀਤ ਵੱਲ ਝਾਕਦੇ ਹੈਰਾਨ ਹੁੰਦੇ ਹਨ। ਉਹਨਾਂ ਨੂੰ ਉੱਥੇ ਹਰ ਤਰ੍ਹਾਂ ਦੀ ਸੈਰ ਅਤੇ ਤਫਰੀਹ ਦਾ ਹੱਕ ਹੈ। ਉਹ ਜ਼ਿੰਦਗੀ ਦੇ ਰਾਜੇ ਅਤੇ ਉਸਰੱਈਏ ਹਨ। ਲੇਖਕ ਆਪਣੇ ਇੱਕ ਕਵੀ ਦੋਸਤ ਵਰਿਆਮ ਅਮਰ ਦੇ 80-82 ਸਾਲਾਂ ਦੇ ਪਿਤਾ ਜੀ ਨੂੰ ਵੀ ਜਾਣਦਾ ਹੈ। ਲੇਖਕ ਜਦੋਂ ਵੀ ਉਹਨਾਂ ਦੇ ਘਰ ਜਾਂਦਾ ਸੀ, ਉਹ ਆਪਣੇ ਪੋਤਰੇ ਜਾਂ ਪੋਤਰੀ ਦੀ ਬਾਂਹ ਫੜ ਕੇ ਉਸ ਕੋਲ ਆ ਕੇ ਕਹਿੰਦੇ ਹਨ ਕਿ ਉਹ ਬੜੀ ਦੇਰ ਬਾਅਦ ਆਇਆ ਹੈ। ਉਹ ਉਸ ਨੂੰ ਉਡੀਕਦੇ ਰਹਿੰਦੇ ਹਨ। ਉਹ ਆਪਣੇ ਹਿੱਸੇ ਦੇ ਪੈਸੇ ਦੇ ਕੇ ਕਹਿੰਦੇ ਹਨ ਕਿ ਉਹ ਸ਼ਾਮ ਇਕੱਠੀ ਬਿਤਾਉਣਗੇ। ਲੇਖਕ, ਉਸ ਦਾ ਕਵੀ ਦੋਸਤ ਅਤੇ ਬਜ਼ੁਰਗ ਪਿਤਾ ਜੀ ਰਲ ਕੇ ਇੱਕੋ ਜਿਹਾ ਹਿੱਸਾ ਪਾਉਂਦੇ ਅਤੇ ਸ਼ਰਾਬ ਪੀਂਦੇ। ਉਹ ਇੱਕ ਪੈਗ ਮਗਰੋਂ ਬਜ਼ੁਰਗ ਪਿਤਾ ਜੀ ਬੀਤੇ ਸਮੇਂ ਦੀਆਂ ਗੱਲਾਂ ਸੁਣਾਉਂਦੇ। ਉਹ ਦੱਸਦੇ ਕਿ ਉਹ ਘਰੋਂ ਲਟਵਾਰੇ ਹੋ ਕੇ ਨਿਕਲ ਗਏ ਅਤੇ ਅਫਰੀਕਾ ਵਿੱਚ 30 ਵਰ੍ਹੇ ਗੁਜ਼ਾਰ ਕੇ ਇੱਕ ਨੰਬਰ ਦੇ ਕਾਰੀਗਰ ਦੇ ਰੂਪ ਵਿੱਚ ਉਹਨਾਂ ਹਜ਼ਾਰਾਂ ਰੁਪਏ ਕਮਾਏ ਅਤੇ ਖਰਚ ਕੀਤੇ। ਉਹ ਆਪਣੇ ਪੁੱਤਰ ਦੀ ਹਾਜ਼ਰੀ ਵਿੱਚ ਅਫਰੀਕਾ ਦੀਆਂ ਭਾਜਵਾਨ ਔਰਤਾਂ ਦੇ ਸਾਥ ਦੀਆਂ ਗੱਲਾਂ ਬੜੇ ਨਿਸੰਗ ਹੋ ਕੇ ਕਰਦੇ। ਉਹਨਾਂ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮਾਣਿਆ ਸੀ। ਹੁਣ 80-82 ਸਾਲਾਂ ਦੀ ਉਮਰ ਵਿੱਚ ਉਹ ਕੌਲਸਰ ਦੀ ਛੋਟੀ ਜਿਹੀ ਦੁਕਾਨ ਉੱਤੇ ਬੈਠ ਕੇ ਚੌਕੀਆਂ, ਪਾਵੇ, ਚਕਲੇ ਆਦਿ ਬਣਾ ਕੇ ਵੇਚਦੇ। ਸ਼ਾਮ ਜੋਗੀ ਸਬਜ਼ੀ ਅਤੇ ਬੱਚਿਆਂ ਲਈ ਫਲ ਲੈ ਆਉਂਦੇ। ਲੇਖਕ ਨੇ ਦੀਵਾਲੀ ਅਤੇ ਲੋਹੜੀ ਦੀਆਂ ਰਾਤਾਂ ਉਹਨਾਂ ਨਾਲ 10 ਸਾਲ ਇਕੱਠੀਆਂ ਬਿਤਾਈਆਂ ਸਨ। ਜਦੋਂ ਕਦੇ ਲੇਖਕ ਅਚਾਨਕ ਉਹਨਾਂ ਦੇ ਘਰ ਜਾਂਦਾ ਤਾਂ ਉਹ ਆਪਣੇ ਪੁੱਤਰ ਦੀ ਗੈਰ ਹਾਜ਼ਰੀ ਉਸ ਦਾ ਦੋਸਤ ਬਣ ਕੇ ਪੂਰੀ ਕਰਦੇ। ਜਿਸ ਦਿਨ ਉਹ ਗੁਜ਼ਰੇ, ਲੇਖਕ ਨੇ ਅਨੁਭਵ ਕੀਤਾ ਕਿ ਧਰਤੀ ਤੋਂ ਇੱਕ ਸ਼ਾਨਦਾਰ ਬਿਰਧ ਚਲਾ ਗਿਆ ਹੈ। ਇਸ ਪ੍ਰਕਾਰ ਇਸ ਲੇਖ ਵਿੱਚ ਲੇਖਕ ਜਿੱਥੇ ਮਨੁੱਖ ਨੂੰ ਬੁਢਾਪੇ ਨੂੰ ਜ਼ਿੰਦਾ ਦਿਲੀ ਨਾਲ ਗੁਜ਼ਾਰਨ ਦੀ ਪ੍ਰੇਰਨਾ ਦਿੰਦਾ ਹੈ, ਉੱਥੇ ਇਹ ਕਾਮਨਾ ਵੀ ਕਰਦਾ ਹੈ ਕਿ ਉਸ ਦੇ ਦੇਸ਼ ਵਿੱਚ ਵੀ ਸਰਕਾਰ ਬਿਰਧਾਂ ਦੀ ਸਾਂਭ ਸੰਭਾਲ ਲਈ ਬਿਰਧ ਘਰ ਬਣਾਏ। ਇਸ ਤਰ੍ਹਾਂ ਇਸ ਨਿਬੰਧ ਦਾ ਵਿਸ਼ਾ ਬੜਾ ਉਸਾਰੂ ਅਤੇ ਪ੍ਰੇਰਨਾ ਭਰਪੂਰ ਹੈ। ਅੱਗੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਲੇਖਕ ਦੁਆਰਾ ਬਜ਼ੁਰਗ ਨੂੰ ਸੜਕ ਪਾਰ ਕਰਾਉਣ ਦੀ ਘਟਨਾ ਨੂੰ ਲਿਖੋ। ਲੇਖਕ ਨੇ ਬਜ਼ੁਰਗ ਦਾ ਨਿਰਬਲ ਹੱਥ ਫੜ ਕੇ ਉਸ ਨੂੰ ਸੜਕ ਪਾਰ ਕਰਾਈ ਅਤੇ ਲੇਖਕ ਨੂੰ ਅਸੀਸ ਦਿੰਦਿਆਂ ਕਿਹਾ, ਜਿਉਂਦਾ ਰਵੇਂ, ਵੱਡੀਆਂ ਉਮਰਾਂ ਮਾਣੇ। ਲੇਖਕ ਨੇ ਉਸ ਦੇ ਨਿਤਾਣੇ ਮੂੰਹ ਵੱਲ ਤੱਕ ਕੇ ਕਿਹਾ ਕਿ ਉਹ ਉਸ ਨੂੰ ਵੱਡੀ ਉਮਰ ਮਾਣਨ ਦੀ ਬਦ ਅਸੀਸ ਨਾ ਦੇਵੇ। ਉਹ ਤਾਂ ਸੜਕ ਦੇ ਕਿਨਾਰੇ ਖੜ੍ਹਾ ਹੋ ਕੇ ਕਿਸੇ ਦਾ ਆਸਰਾ ਉਡੀਕਣ ਨਾਲੋਂ ਤੁਰਦਿਆਂ ਫਿਰਦਿਆਂ ਹੀ ਚਲਾ ਜਾਣਾ ਚਾਹੁੰਦਾ ਹੈ। ਲੇਖਕ ਦੀ ਇਹ ਗੱਲ ਸੁਣ ਕੇ ਬਾਬਾ ਮੁਸਕਰਾ ਪਿਆ ਅਤੇ ਉਸ ਨੂੰ ਉਸ ਦੇ ਚਿਹਰੇ ਉੱਪਰ ਵਿਅੰਗ ਦਾ ਭਾਵ ਦਿਸਿਆ। ਅਗਲਾ ਪ੍ਰਸ਼ਨ। ਲੇਖਕ ਦੇ ਪਿਤਾ ਜੀ ਦੇ ਸੇਵਾ ਮੁਕਤ ਹੋਣ ਬਾਰੇ ਅਤੇ ਕੰਮ ਕਰਦੇ ਰਹਿਣ ਬਾਰੇ ਕੀ ਵਿਚਾਰ ਸਨ? ਲੇਖਕ ਦੇ ਪਿਤਾ ਜੀ ਸੇਵਾ ਮੁਕਤ ਹੋਣਾ ਪਸੰਦ ਨਹੀਂ ਕਰਦੇ। ਇਸ ਕਰਕੇ ਜਦੋਂ ਲੇਖਕ ਉਹਨਾਂ ਨੂੰ ਇਹ ਕਹਿੰਦਾ ਸੀ ਕਿ ਉਹ ਸੇਵਾ ਮੁਕਤ ਹੋ ਜਾਣ, ਉਹ ਉਹਨਾਂ ਦੀ ਸੇਵਾ ਕਰਨਗੇ, ਤਾਂ ਉਹ ਮੁਸਕਰਾ ਕੇ ਕਹਿੰਦੇ ਸਨ
ਕਿ ਜਦੋਂ ਉਹ ਕੰਮ ਛੱਡ ਦੇਣਗੇ ਉਦੋਂ ਉਹਨਾਂ ਦੀ ਮੌਤ ਬੂਹੇ ਉੱਤੇ ਆ ਖੜੀ ਹੋਵੇਗੀ। ਉਹਨਾਂ ਦੇ ਪਰਮ ਮਿੱਤਰ ਪ੍ਰੀਤਮ ਸਿੰਘ ਵੀ ਲੇਖਕ ਨੂੰ ਇਹੋ ਸਲਾਹ ਦਿੰਦੇ ਹਨ ਕਿ ਕੰਮ ਉਹਨਾਂ ਦੇ ਪਿਤਾ ਜੀ ਦੀ ਜ਼ਿੰਦਗੀ ਹੈ, ਉਹਨਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ। ਤੀਸਰਾ ਕੁਐਸਚਨ, ਲੇਖਕ ਸਮਾਜਵਾਦੀ ਦੇਸ਼ਾਂ ਦੇ ਬਿਰਧ ਘਰਾਂ ਬਾਰੇ ਕੀ ਜਾਣਕਾਰੀ ਦਿੰਦਾ ਹੈ, ਜਾਂ ਸਮਾਜਵਾਦੀ ਦੇਸ਼ਾਂ ਵਿੱਚ ਬੁੱਢਿਆਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ। ਲੇਖਕ ਦੱਸਦਾ ਹੈ ਕਿ ਸਮਾਜਵਾਦੀ ਦੇਸ਼ਾਂ ਦੇ ਬਿਰਧ ਲੋਕਾਂ ਦੀ ਬਿਰਧ ਘਰਾਂ ਵਿੱਚ ਸੰਭਾਲ ਕੀਤੀ ਜਾਂਦੀ ਹੈ। ਉਹ ਹੱਸਦੇ, ਮੁਸਕਰਾਉਂਦੇ, ਲਤੀਫੇ ਸੁਣਾਉਂਦੇ ਅਤੇ ਸਿਆਲ ਵਿੱਚ ਧੁੱਪ ਇਸ਼ਨਾਨ ਕਰਕੇ ਆਪਣੇ ਅਤੀਤ ਵੱਲ ਝਾਕਦੇ ਹੈਰਾਨ ਹੁੰਦੇ ਹਨ। ਉਹਨਾਂ ਨੂੰ ਉੱਥੇ ਹਰ ਤਰ੍ਹਾਂ ਦੀ ਸੈਰ ਅਤੇ ਤਫਰੀਹ ਦਾ ਹੱਕ ਹੈ। ਉਹ ਜ਼ਿੰਦਗੀ ਦੇ ਰਾਜੇ ਅਤੇ ਉਸਰਈਏ ਹਨ। ਅੱਗੇ ਚੌਥਾ ਪ੍ਰਸ਼ਨ, ਲੇਖਕ ਆਪਣੇ ਕਵੀ ਦੋਸਤ ਵਰਿਆਮ ਅਮਰ ਦੇ ਪਿਤਾ ਜੀ ਬਾਰੇ ਕੀ ਦੱਸਦਾ ਹੈ। ਲੇਖਕ ਦੱਸਦਾ ਹੈ ਕਿ ਉਸਦੇ ਦੋਸਤ ਵਰਿਆਮ ਅਮਰ ਦੇ 80-82 ਸਾਲਾਂ ਦੇ ਪਿਤਾ ਜੀ ਬੜੇ ਜ਼ਿੰਦਾ ਦਿਲ ਸਨ। ਉਹ ਆਪਣੇ ਪੁੱਤਰ ਨਾਲ ਮਿਲ ਕੇ ਆਪਣਾ ਹਿੱਸਾ ਪਾ ਕੇ ਉਸ ਨਾਲ ਸ਼ਰਾਬ ਪੀਂਦੇ ਅਤੇ ਅਫਰੀਕਾ ਜਾ ਕੇ ਪੈਸੇ ਕਮਾਉਣ ਅਤੇ ਉੱਥੋਂ ਦੀਆਂ ਮੁਟਿਆਰਾਂ ਦਾ ਸਾਥ ਮਾਣਨ ਦੀਆਂ ਗੱਲਾਂ ਬੜੀ ਨਿਮਰਤਾ ਨਾਲ ਸੁਣਾਉਂਦੇ ਸਨ। ਉਹ 80-82 ਸਾਲਾਂ ਦੀ ਉਮਰ ਵਿੱਚ ਵੀ ਚੌਂਕੀਆਂ ਅਤੇ ਚਕਲੇ ਬਣਾਉਂਦੇ ਰਹਿੰਦੇ। ਉਹ ਲੇਖਕ ਦੇ ਦੋਸਤ ਦੀ ਗੈਰ ਹਾਜ਼ਰੀ ਵਿੱਚ ਉਸਦੇ ਕੋਲ ਬੈਠ ਜਾਂਦੇ। ਉਹਨਾਂ ਦੇ ਚਲਾਣੇ ਉੱਤੇ ਲੇਖਕ ਨੇ ਅਨੁਭਵ ਕੀਤਾ ਕਿ ਧਰਤੀ ਤੋਂ ਇੱਕ ਸ਼ਾਨਦਾਰ ਬਿਰਧ ਚਲਾ ਗਿਆ ਹੈ। ਪ੍ਰਸ਼ਨ ਨੰਬਰ 5, ਲੇਖਕ ਨੇ ਆਪਣੇ ਕਵੀ ਦੋਸਤ ਦੇ ਬਜ਼ੁਰਗ ਪਿਤਾ ਜੀ ਦੀ ਅਫਰੀਕਾ ਵਾਲੇ ਜੀਵਨ ਬਾਰੇ ਕੀ ਜਾਣਕਾਰੀ ਦਿੱਤੀ ਹੈ। ਲੇਖਕ ਦੇ ਕਵੀ ਦੋਸਤ ਦਾ ਪਿਤਾ ਅਫਰੀਕਾ ਵਿੱਚ ਪੈਸੇ ਕਮਾਉਣ ਗਿਆ ਸੀ ਅਤੇ ਉੱਥੇ ਉਸਨੇ ਮੁਟਿਆਰਾਂ ਦਾ ਸਾਥ ਵੀ ਮਾਣਿਆ ਸੀ।